ਉਹ ਬੰਦਾ ਕਰੇਗਾ। ਇੱਕ ਦਿਨ ਕੋਰਟ ਦੇ ਵਿੱਚ ਤਰੀਕ ਸੀ, ਉਹਨਾਂ ਦਾ ਬਜ਼ੁਰਗ ਸਾਰੇ ਬੰਦਿਆਂ ਨੇ ਆ ਕੇ ਕੋਰਟ ਦੇ ਵਿੱਚ ਹੀ ਉਸ ਬਜ਼ੁਰਗ ਦਾ ਕਤਲ ਕਰ ਦਿੱਤਾ, ਜਿਹੜੇ ਜੇਲ੍ਹ ਦੇ ਅੰਦਰ ਸੀ, ਜਿੰਨਾ ਬੱਚੀ ਦੀ ਬੇਦਖਲ ਕੀਤਾ ਸੀ, ਉਹਨਾਂ ਦੇ ਬਜ਼ੁਰਗ ਦਾ ਕਤਲ। ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਤੇ ਮੈਂ ਹਾਂ ਬਲਵਿੰਦਰ ਸਿੰਘ ਰੱਤੇਵਾਲੀਆ। ਸੋ ਪਿੰਡਾਂ ਦੇ ਵਿੱਚ ਜਾ ਕੇ ਹਰਨੇਕ ਸਿੰਘ ਮਹਿਮਾ ਕਰ ਰਹੇ ਨੇ ਮੀਟਿੰਗਾਂ। ਕੀ ਹੈ ਮਸਲਾ, क्यों मीटिंगां करनियां पै रही हैं? क्योंकि सरकार बनी नूं हाली थोड़ा टाइम ही होया। सो आप गलबात करते हैं हरनेक सिंह मਹਿਮਾ जी दे नाल। ਮਹਿਮਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਮਹਾਰਾਜ ਸਤਿ ਸ੍ਰੀ ਅਕਾਲ ਜੀ। ਡੇਲੀ ਰਿਪੋਰਟ ਟੀਵੀ ਤੇ ਆਪ ਜੀ ਦਾ ਸਵਾਗਤ ਹੈ। ਡੇਲੀ ਰਿਪੋਰਟ ਟੀਵੀ ਦਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੀ ਗੱਲ ਲੋਕਾਂ ਤੱਕ ਪਹੁੰਚਾਉਣ ਲਈ ਉਪਰਾਲਾ ਕਰ ਰਹੇ ਹੋ ਜੀ। ਤੇ ਸਵਾਲ ਮੇਰਾ ਮੁੱਢਲੇ ਸਵਾਲ ਇਹ ਹੈ ਕਿ ਤੁਸੀਂ ਪਿੰਡ ਜਾ ਕੇ ਮੀਟਿੰਗਾਂ ਕਰ ਰਹੇ ਹੋ, ਇਹ ਕਿਸ ਵਿਸ਼ੇ ਦੀ ਮੀਟਿੰਗਾਂ ਹੋ ਰਹੀਆਂ? ਦੇਖੋ ਜੀ, ਇੱਕ ਤਾਂ 12 ਅਗਸਤ ਨੂੰ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾ ਦੀ ਬਰਸੀ ਹੈ ਜੀ। ਤਾਂ ਇਹ ਆਖਰੀ ਬਰਸੀ ਅਸੀਂ ਮਨਾ ਰਹੇ ਹਾਂ। ਕੁਝ ਕਾਰਨ ਐਸੇ ਨੇ, ਰੁਝੇਵੇਂ ਐਸੇ ਨੇ ਕਿ ਅਸੀਂ ਇਹਨੂੰ ਅੱਗੇ ਚਾਲੂ ਨਹੀਂ ਰੱਖ ਸਕਦੇ। ਤਾਂ ਆਖਰੀ ਬਰਸੀ ਨੂੰ ਅਸੀਂ ਯਾਦਗਾਰ ਬਰਸੀ ਵਜੋਂ ਮਨਾਉਣਾ ਚਾਹੁੰਦੇ ਹਾਂ। ਤਾਂ ਇਸ ਵਾਸਤੇ ਵੀ ਇੱਕ ਤਾਂ ਤਿਆਰੀ ਹੋ ਰਹੀ ਹੈ ਕਿ ਜਿਹੜਾ ਬਰਸੀ ਮਨਾਉਣ ਵਾਸਤੇ। ਦੂਜਾ ਵੀ ਬਿਲਕੁਲ ਵੇਖੋ, ਜੇ ਇਹ ਗੱਲ ਠੀਕ ਹੈ ਸਰਕਾਰ ਬਣੀ ਨੂੰ ਅਜੇ ਟਾਈਮ ਥੋੜ੍ਹਾ ਹੋਇਆ ਹੈ, ਪਰ ਜਿੰਨਾ ਟਾਈਮ ਹੋਇਆ ਹੈ ਉਹਨੇ ਸਮੇਂ 'ਚ ਸਰਕਾਰ ਦੀਆਂ ਜੋ ਜ਼ਿੰਮੇਵਾਰੀਆਂ ਸੀ ਸਰਕਾਰ ਉਹਦੇ ਤੋਂ ਬਿਲਕੁਲ ਭੱਜੀ ਹੋਈ ਹੈ। ਇਹ ਮਤਲਬ ਜਿਹਨੂੰ ਮੋਦੀ ਨੂੰ ਕਹਿੰਦੇ ਸੀ ਨਾ ਜੁਮਲਿਆਂ ਦੀ ਸਰਕਾਰ, ਇਹ ਉਹਦੇ ਨਾਲੋਂ ਇੱਕ ਕਦਮ ਅੱਗੇ ਜਾ ਚੁੱਕੀ ਸਰਕਾਰ ਹੈ। ਤਾਂ ਇਹ ਸਰਕਾਰ ਨੂੰ ਇਹਦੇ ਵਾਅਦੇ ਯਾਦ ਕਰਾਉਣ ਲਈ, ਇਸ ਸਮੇਂ 'ਤੇ ਕੀਤੇ ਜਾਣ ਵਾਲੇ ਕੰਮ ਨੇ ਜਿਹੜੇ ਉਹ ਯਾਦ ਕਰਾਉਣ ਲਈ ਅਸੀਂ ਇੱਕ ਵੱਡੀ ਐਜੀਟੇਸ਼ਨ ਬਾਰੇ ਸੋਚ ਰਹੇ ਹਾਂ। ਉਸ ਐਜੀਟੇਸ਼ਨ ਦੀ ਡੇਟ ਅਜੇ ਅਸੀਂ ਅਨਾਉਂਸ ਨਹੀਂ ਕੀਤੀ, ਪਰ ਉਸ ਐਜੀਟੇਸ਼ਨ ਦੀ ਤਿਆਰੀ ਵਜੋਂ ਅਸੀਂ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਹਾਂ ਜੀ। ਜਿਸ ਤਰ੍ਹਾਂ ਕਿ ਦੇਖਿਆ ਜਾਵੇ ਕਿ ਪਸ਼ੂਆਂ ਦੇ ਵਿੱਚ ਬਹੁਤ ਬਿਮਾਰੀ ਫੈਲ ਰਹੀ ਹੋਈ ਆ, ਉਹਦੇ ਬਾਰੇ ਸਰਕਾਰ ਨੇ ਕੋਈ ਐਕਸ਼ਨ ਲਿਆ ਜਾਂ ਨਹੀਂ ਲਿਆ? ਕਿਉਂਕਿ ਆਪ ਬਹੁਤ ਬਿਹਤਰ ਜਾਣਦੇ ਹੋ। ਦੇਖੋ ਇਹੀ ਕਾਰਨ ਹੈ ਜਿਹੜਾ ਅਸੀਂ ਕਹਿ ਰਹੇ ਨਾ ਕਿ ਸਰਕਾਰ ਬੇਸ਼ੱਕ ਬਣੀ ਨੂੰ ਟਾਈਮ ਥੋੜਾ ਹੋਇਆ ਹੈ। ਕੋਈ ਅਸੀਂ ਸਾਰੇ ਕਰਜ਼ੇ ਤੇ ਲਕੀਰ ਮਾਰਨ ਦੀ ਨਹੀਂ ਗੱਲ ਕਰਦੇ। ਅਸੀਂ ਕਹਿੰਦੇ ਆ ਵੀ ਫੌਰੀ ਜਿਹੜੀਆਂ ਲੋੜਾਂ ਹੁੰਦੀਆਂ ਨੇ, ਕਿਉਂਕਿ ਜਿੱਦਣ ਦੀ ਸਰਕਾਰ ਬਣੀ ਹੈ ਉਸ ਦਿਨ ਤੋਂ ਲੈ ਕੇ ਵੀ ਲੋਕ ਟੈਕਸ ਤਾਂ ਉਵੇਂ ਹੀ ਦੇ ਰਹੇ ਨੇ ਜਿਵੇਂ ਪਹਿਲਾਂ ਦੇ ਰਿਹਾ ਸੀ। ਕੋਈ ਇੱਕ 25 ਪੈਸੇ ਦੇ ਅੱਗਾ ਪਿੱਛਾ ਨਹੀਂ ਹੋਇਆ। ਸਰਕਾਰ ਦੇ ਖਜ਼ਾਨੇ 'ਚ ਪੈਸਾ ਜਾ ਰਿਹਾ ਹੈ, ਸਰਕਾਰ ਦੇ ਉਹ ਡਿਪਾਰਟਮੈਂਟ ਕੰਮ ਕਰ ਰਹੇ ਨੇ। ਤਾਂ ਇਹ ਨਿੱਕੀਆਂ ਜਿਹੜੀਆਂ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਲੋੜਾਂ ਸੀ, ਇਹਦੇ ਤੇ ਸਰਕਾਰ ਬਿਲਕੁਲ ਅਣਗੌਲੀ ਹੈ। ਪਸ਼ੂਆਂ ਨੂੰ ਬਿਮਾਰੀ ਹੋਈ, ਕਿਸੇ ਤਰ੍ਹਾਂ ਦੀ ਕੋਈ ਵੈਕਸੀਨ, ਕੋਈ ਦਵਾਈ, ਕੋਈ ਸਿਵਲ ਹਸਪਤਾਲਾਂ ਨੂੰ ਇੰਸਟਰਕਸ਼ਨਾਂ, ਕੋਈ ਡਾਕਟਰ, ਕੋਈ ਟੀਮਾਂ, ਕੱਖ ਨਹੀਂ ਕੀਤਾ ਸਰਕਾਰ। ਡੀਸੀ ਬਿਲਕੁਲ ਜਵਾਬ ਦਿੰਦਾ, ਕਹਿੰਦੇ ਸਰਕਾਰ ਵੱਲੋਂ ਸਾਨੂੰ ਕੋਈ ਹਦਾਇਤਾਂ ਹੀ ਨਹੀਂ ਇਹਦੇ ਤੇ ਕੁਝ ਕਰਨ ਦੀਆਂ। ਤਾਂ ਬਿਲਕੁਲ ਅਸਫਲ ਹੋਈ ਹੈ। ਮੀਂਹ ਇਸ ਵਾਰੀ ਬਹੁਤ ਪਏ ਨੇ, ਜਗ੍ਹਾ ਤੇ ਫਸਲਾਂ ਡੁੱਬੀਆਂ ਨੇ। ਕਿਸਾਨਾਂ ਨੂੰ ਇੰਨੀ ਪਰੇਸ਼ਾਨੀ ਹੋਈ ਹੈ ਕਿ ਕਿਸਾਨਾਂ ਨੇ ਪਹਿਲੋਂ 3000-3500 ਰੁਪਈਆ ਦੇ ਕੇ ਝੋਨਾ ਲਾਇਆ, ਉਹ ਝੋਨਾ ਡੁੱਬ ਗਿਆ, ਦੁਬਾਰਾ ਝੋਨਾ ਲਾਉਣਾ ਪਿਆ। ਉਹਨੇ ਚਿਰ ਨੂੰ ਗਰਮੀ ਵੱਧ ਗਈ, ਲਾਬੀ ਜਿਹੜੀ ਉਹ 4500 ਹੋ ਗਈ, 4500 ਰੁਪਈਏ ਦਾ ਉਹ ਨੁਕਸਾਨ ਹੋ ਗਿਆ। ਉਹਨਾਂ ਨੂੰ ਪਨੀਰੀ ਹੈ ਜਿਹੜੀ ਉਹ 3000 ਨੂੰ ਮਰਲਾ ਬਣੀ, 3 ਮਰਲੇ ਪਨੀਰੀ ਲੱਗ ਗਈ, ਉਹ ਜਿਹੜੀ ਵਿਰਲੀਆਂ ਪਨੀਰੀਆਂ ਲੇਟ ਹੋਣ ਕਰਕੇ। ਤਾਂ 14-15 ਹਜ਼ਾਰ ਦਾ ਨੁਕਸਾਨ ਸਿੱਧਾ ਇਹ ਕਿਸਾਨ ਨੂੰ। ਹੋਰ ਜਿਹੜਾ ਤੋਰਾ ਫੇਰਾ ਟੁੱਟ ਭੱਜ ਕਰਕੇ 20,000 ਦਾ ਪ੍ਰਤੀ ਕਿੱਲਾ ਨੁਕਸਾਨ। ਸਰਕਾਰ ਨੇ ਗਰਦੌਰੀਆਂ ਤੱਕ ਨਹੀਂ ਕੀਤੀਆਂ। ਇੰਨੀਆਂ ਮਿੰਨਤਾਂ ਤਰਲਿਆਂ ਤੋਂ ਬਾਅਦ ਸਰਕਾਰ ਨੇ ਗਰਦੌਰੀਆਂ ਤੱਕ ਨਹੀਂ ਕੀਤੀਆਂ। ਪਾਣੀ ਅੱਗੇ ਟਪਾਉਣ ਵਾਸਤੇ ਜਿਹੜੇ ਕੋਈ ਮੋਗੇ ਬਣੇ ਹੋਏ ਸੀ, ਕੁਝ ਬਣੇ ਸੀ, ਸਰਕਾਰ ਨੇ ਇਸ ਵਾਰੀ ਉਹਨਾਂ ਨੂੰ ਖਾ ਲਿਆ ਨੀਗਾ। ਉਹ ਸਾਰੇ ਸੇਮ ਨਾਲੇ ਕਲੇਲੀ ਨਾਲ ਭਰੇ ਪਏ ਨੇ, ਉਹਨਾਂ ਨੇ ਪਾਣੀ ਪਾਸ ਨਹੀਂ ਕੀਤਾ। ਇਹਦੇ ਕਰਕੇ ਕਿਸਾਨਾਂ ਦਾ ਨੁਕਸਾਨ ਹੋਇਆ। ਆ ਇੱਧਰ ਸਾਡਾ ਪਿੰਡ ਹੈਗਾ, ਇਹ ਕਿਹੜਾ ਪਿੰਡ ਸੀ ਇੱਧਰ ਜਿੱਦਾਂ ਮੋਗੇ ਦਾ, ਸੌਰੀ ਇੱਧਰ ਪਿੰਡ ਹੈਗਾ ਮੋਗਾ ਪਾਏ ਨੂੰ 1 ਸਾਲ ਹੋਇਆ, ਸ਼ਾਂਗਾ ਰਾਏ। ਉਹ ਸੜਕ ਬਹਿ ਗਈ, ਮੋਗੇ ਟੁੱਟ ਗਏ, ਮਤਲਬ ਮੋਗੇ ਠੀਕ ਨਹੀਂ ਪਾਏ। 5 ਸਾਲ ਦੀ ਜਿਹੜਾ ਕਾਂਟਰੈਕਟਰ ਉਹਦੀ ਗਲਤੀ, ਮਤਲਬ ਉਹਦੀ ਜ਼ਿੰਮੇਵਾਰੀ ਹੁੰਦੀ ਹੈ, ਜਿਹਨੂੰ ਗਰੰਟੀ ਕਹਿੰਦੇ ਆ। ਪਰ ਕਾਂਟਰੈਕਟਰ ਨੂੰ ਪੁੱਛਣ ਦੀ ਬਜਾਏ ਐਕਸੀਅਨ ਨੇ ਜਵਾਬ ਦੇ ਰਿਹਾ, ਕਹਿੰਦੇ ਜੀ ਟੁੱਟ ਗਿਆ ਤਾਂ ਟੁੱਟ ਗਿਆ, ਹੁਣ ਕੀ ਕਰੀਏ? ਵੀ ਉਹ ਤਾਂ ਕੰਮ ਸਾਡਾ ਜਿਹੜਾ ਪ੍ਰੋਜੈਕਟ ਸੀ ਉਹ ਨਿਬੜ ਗਿਆ, ਹੁਣ ਤਾਂ ਕੁਝ ਨਹੀਂ ਹੋ ਸਕਦਾ, ਆਪਦੇ ਪੈਸਿਆਂ ਨਾਲ ਕਿਤੇ ਨੱਪ ਲਓ ਮੋਗੇ। ਉਹ ਕਿਸਾਨਾਂ ਦਾ 200 ਕਿੱਲਾ ਫਸਲ ਬਰਬਾਦ ਹੋ ਰਹੀ ਹੈ। ਐਕਸੀਅਨ ਸਾਹਿਬ ਜਵਾਬ ਦੇ ਰਹੇ ਨੇ ਕਿ ਸਰਕਾਰ ਕੁਝ ਨਹੀਂ ਕਰ ਸਕਦੀ। ਜੀ, ਜਿਸ ਤਰ੍ਹਾਂ ਕਿ ਆਪ ਜੀ ਨੇ ਕਿਹਾ ਕਿ ਜਿਹੜੀ ਆ ਯੂਨੀਵਰਸਿਟੀ ਲੁਧਿਆਣੇ ਵਾਲੀ ਆ, ਉਹ ਸਰਕਾਰ ਨੇ ਵੇਚ ਦਿੱਤੀ ਆ, ਕਾਂਗਰਸ ਸਰਕਾਰ ਨੇ ਵੇਚੀ ਹੈ ਤੇ ਅਕਾਲੀਆਂ ਨੇ ਉਹਨੂੰ ਠੇਕੇ ਤੇ ਦੇ ਦਿੱਤਾ ਸੀ। ਕਿ ਇਹ ਬਿਲਕੁਲ 100% ਗੱਲ ਸੱਚ ਹੈ? ਕਈ ਇੱਥੇ ਵਿਅਕਤੀ ਕਮੈਂਟ ਕਰਨਗੇ, ਕਿਉਂਕਿ ਅਕਾਲੀ ਵੀ ਕਮੈਂਟ ਕਰਨਗੇ ਤੇ ਕਾਂਗਰਸੀ ਵੀ ਕਰਨਗੇ, ਇਹ ਕਿਹੜੀਆਂ ਬਿਲਡਿੰਗਾਂ ਜਿਹੜੀਆਂ ਵੇਚੀਆਂ ਗਈਆਂ ਸੀ ਤੇ ਕਿਹੜੀਆਂ ਗਹਿਣੇ ਦਿੱਤੀਆਂ ਗਈਆਂ? ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਵੱਖ-ਵੱਖ ਡਿਪਾਰਟਮੈਂਟ ਨੇ। ਉਹਦੇ 'ਚ ਬੀ ਖੋਜ ਡਿਪਾਰਟਮੈਂਟ ਹੈ, ਪਸ਼ੂਆਂ ਦੇ ਵੱਖਰੇ ਨੇ, ਮਤਲਬ ਹਰ ਕਿਸਮ ਬਹੁਤ ਵੱਡਾ ਉਹਦਾ ਸਟਰਕਚਰ ਹੈ। ਜਦੋਂ ਯੂਨੀਵਰਸਿਟੀ ਬਣੀ ਤਾਂ ਇਹਦੇ ਤੇ ਪੂਰੇ ਦਾ ਪੂਰਾ ਕੰਟਰੋਲ ਸਰਕਾਰ ਦਾ ਸੀ। 2007 ਦੇ ਵਿੱਚ ਜਦੋਂ ਬਾਦਲ ਦੀ ਸਰਕਾਰ ਸੀ ਤਾਂ ਫੰਡਾਂ ਦੀ ਘਾਟ ਕਰਕੇ ਯੂਨੀਵਰਸਿਟੀ ਦੇ ਜਿਹੜੇ
EMPLOYEES ਨੇ ਉਹਨਾਂ ਦੀਆਂ ਤਨਖਾਹਾਂ ਤੱਕ ਪੂਰੀਆਂ ਨਹੀਂ ਸੀ ਹੋ ਰਹੀਆਂ ਫੰਡਾਂ ਦੀ ਘਾਟ ਕਰਕੇ। ਤਾਂ ਉਸ ਸਮੇਂ ਮਨਸੈਂਟੋ ਨੇ ਉਹਨੂੰ ਹਾਇਰ ਕੀਤਾ ਕਿ ਉਹ ਜਿਹੜੀਆਂ ਤਨਖਾਹਾਂ ਪੇ ਮਨਸੈਂਟੋ ਕਰ ਰਿਹਾ ਸੀ, ਉੱਥੋਂ ਦੇ ਜਿਹੜੇ EMPLOYEES ਨੇ ਉਹਨਾਂ ਦੀਆਂ ਤਨਖਾਹਾਂ ਮਨਸੈਂਟੋ ਪੇ ਕਰ ਰਿਹਾ ਸੀ। ਉਸ ਯੂਨੀਵਰਸਿਟੀ ਨੂੰ ਮਨਸੈਂਟੋ ਆਪਦੇ ਨਿੱਜੀ ਹਿੱਤਾਂ ਵਾਸਤੇ ਵਰਤ ਰਿਹਾ ਸੀ। ਤਾਂ ਇਹ ਗਹਿਣੇ ਪਾਈ ਹੈ ਇਹ ਯੂਨੀਵਰਸਿਟੀ ਮਨਸੈਂਟੋ ਦੇ ਕੋਲ। ਮਨਸੈਂਟੋ ਦਾ ਅੱਜ ਪੈਸਟੀਸਾਈਡ ਤੇ ਬੀਜਾਂ ਦੀ ਮਾਰਕੀਟ ਤੇ 70% ਮਾਰਕੀਟ ਤੇ ਮਨਸੈਂਟੋ ਦਾ ਕਬਜ਼ਾ ਹੈ। ਵੱਖ-ਵੱਖ ਨਾਵਾਂ ਹੇਠ ਉਹਨਾਂ ਦੀਆਂ ਦਵਾਈਆਂ ਵੀ ਆਉਂਦੇ ਨੇ। 70% ਜਿਹੜੀ ਮਾਰਕੀਟਿੰਗ ਹੈ ਉਹਦੇ ਤੇ ਮਨਸੈਂਟੋ ਦਾ ਕਬਜ਼ਾ ਹੈ। ਤੇ ਇਹ ਆਪ ਜੀ ਕਹਿ ਰਹੇ ਸੀ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਦੁੱਧ ਵਾਲਾ ਜਿਹੜਾ ਮਹਿਕਮਾ ਸੀ, ਜਿਹੜਾ ਡੇਅਰੀ ਫਾਰਮ ਦਾ ਮਹਿਕਮਾ ਸੀ, ਉਹ ਸਰਕਾਰਾਂ ਨੇ ਖਤਮ ਕਰਤਾ। ਕੀ ਤੁਸੀਂ ਸਰਕਾਰ ਕੋਲੋਂ ਕੀ ਮੰਗ ਕਰਦੇ ਹੋ ਕਿ ਜਿਹੜੇ ਕਿਸਾਨਾਂ ਦਾ ਬਹੁਤ ਸਸਤੇ ਰੇਟਾਂ ਦੇ ਵਿੱਚ ਦੁੱਧ ਜਾਂਦਾ ਉਹ ਮਹਿੰਗੇ ਰੇਟ ਵਿੱਚ ਵਿਕਣਾ ਚਾਹੀਦਾ, ਤੇ ਸਰਕਾਰਾਂ ਕੋਲੋਂ ਕੀ ਮੰਗ ਕਰਦੇ? ਦੇਖੋ ਜੀ, ਇਹ ਝੂਠ ਮਾਰਦੇ ਨੇ, ਬਹੁਤ ਜ਼ਿਆਦਾ ਬਲਫ ਮਾਰਦੇ ਨੇ, ਲੋਕਾਂ 'ਚ ਝੂਠ ਲੈ ਕੇ ਜਾਂਦੇ ਨੇ। ਬਿਜਲੀ ਐਕਟ 2003 ਲਾਗੂ ਹੋਇਆ, ਇਹਨਾਂ ਨੇ ਝੂਠ ਮਾਰ ਕੇ ਲੋਕਾਂ ਦੇ ਵਿੱਚ ਲੈ ਕੇ ਆਂਦਾ। ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਨਾਲ ਲੋਕਾਂ 'ਚ ਝੂਠ ਮਾਰ ਕੇ ਲੈ ਕੇ ਆਂਦੀਆਂ। NRC ਦਾ ਮੁੱਦਾ ਇਹਨਾਂ ਨੇ ਲੋਕਾਂ 'ਚ ਝੂਠ ਮਾਰ ਕੇ ਲੈਂਦਾ। ਇਹ ਜਿਹੜੇ 3 ਕਿਸਾਨੀ ਬਿੱਲ ਲੋਕਾਂ 'ਚ ਝੂਠ ਮਾਰ ਕੇ ਲੈ ਕੇ ਆਏ। ਤਾਂ ਇਹ ਜਿਹੜਾ ਮੁੱਦੇ ਦੀ ਤੁਸੀਂ ਗੱਲ ਕਰ ਰਹੇ ਹੋ ਨਾ, ਇਹ ਵੀ ਲੋਕਾਂ ਦੇ ਵਿੱਚ ਝੂਠ ਦਾ ਜਿਹੜਾ ਪ੍ਰਚਾਰ ਕਰਕੇ ਇਹਨੂੰ ਲੈ ਕੇ ਆਂਦਾ ਗਿਆ ਸੀ। ਤਾਂ ਜਿਹੜਾ ਮੈਂ ਆਪਦੀ ਗੱਲ ਟੋਕਦਾ ਜੀ, ਜਿਸ ਤਰ੍ਹਾਂ ਕਿ ਪੰਜਾਬ ਦੇ ਪਾਣੀਆਂ ਦਾ ਮੁੱਦਾ ਪਿੱਛੇ ਜੀ ਬੜਾ ਭਖਿਆ ਸੀ। ਜਿਹੜੇ ਦੂਸਰੀਆਂ ਸਟੇਟਾਂ ਦਾ ਪਾਣੀ ਹੈ ਉਸ ਸੈਂਟਰ ਆਪਦੇ ਹਿੱਤ ਦੇ ਵਿੱਚ, ਆਪਦੇ ਕੰਟਰੋਲ ਦੇ ਵਿੱਚ ਰੱਖਣਾ ਚਾਹੁੰਦੀ ਹੈ, ਤੇ ਉਹਦਾ ਪੰਜਾਬ ਨੂੰ ਕੀ ਨੁਕਸਾਨ ਹੋਏਗਾ? ਨਹੀਂ, ਵੇਖੋ ਪਹਿਲੀ ਗੱਲ ਆਪਾਂ ਉਹ ਕਲੀਅਰ ਕਰੀਏ। ਜਿਹੜਾ ਡੇਅਰੀ ਡਿਵੈਲਪਮੈਂਟ ਬੋਰਡ ਹੈ, ਜਦੋਂ ਇਹਨਾਂ ਨੇ ਤੋੜਿਆ ਸੀ ਤਾਂ ਅਸੀਂ ਮੁਜ਼ਾਹਰੇ ਚੰਡੀਗੜ੍ਹ 'ਚ ਕੀਤੇ ਸੀ ਕਿ ਡੇਅਰੀ ਡਿਵੈਲਪਮੈਂਟ ਨੂੰ ਨਾ ਤੋੜਿਆ ਜਾਵੇ। ਤਾਂ ਸਰਕਾਰ ਦਾ ਵਰਜਨ ਸੀ ਕਿ ਜਦੋਂ ਡੇਅਰੀ ਡਿਵੈਲਪਮੈਂਟ ਬੋਰਡ ਤੋੜ ਦਿੱਤਾ ਗਿਆ ਤਾਂ ਸਰਕਾਰ ਕਿਸਾਨ ਆਪਦੀ ਮਰਜ਼ੀ ਦਾ ਰੇਟ ਤੈਅ ਕਰਨਗੇ। ਵੇਖੋ ਜੀ, ਕਿੱਡੀ ਵੱਡੀ ਗੱਲ ਹੈ ਕਿ ਕਿਸਾਨਾਂ ਨੂੰ ਛੋੜ ਦਿੱਤੀ ਆਪਦੀ ਮਰਜ਼ੀ ਦਾ ਰੇਟ ਤੈਅ ਕਰੋ। ਅਸੀਂ ਉਦੋਂ ਵੀ ਕਿਹਾ ਸੀ ਮੰਡੀ ਦੇ ਵਿੱਚ ਕਿਸਾਨਾਂ ਦੀ ਪੜਤ ਨਹੀਂ ਪਵੇਗੀ, ਉਹ ਛੋਟਾ ਪੈਦਾਵਾਰ ਕੇ ਉਹਦੀ ਪੜਤ ਨਹੀਂ ਪਵੇਗੀ ਤੇ ਲੁੱਟ ਹੋਵੇਗੀ, ਲੁੱਟ ਹੋ ਰਹੀ ਹੈ। ਤਾਂ ਦੂਜਾ ਜਿਹੜਾ ਤੁਸੀਂ ਪਾਣੀਆਂ ਕੀਤੀ, ਵੇਖੋ ਬੜਾ ਮਹੱਤਵਪੂਰਨ ਮੁੱਦਾ ਹੈ। ਪਾਣੀਆਂ ਵਾਲੇ ਮਸਲੇ ਤੇ ਸਾਰੀਆਂ ਸਰਕਾਰਾਂ, ਸਾਰੀਆਂ ਪਾਰਟੀਆਂ ਰੌਲਾ ਪਾਉਂਦੀਆਂ ਨੇ, ਪਰ ਪਾਣੀ ਇਸ ਸਟੇਟ ਨੂੰ ਦੇਤਾ, ਉਸ ਨੂੰ ਦੇਤਾ, ਉਹ ਤੋਂ ਖੋਲੋ, ਇਹਦੇ ਤੋਂ ਖੋਲੋ, ਇਹਦਾ ਰੌਲਾ ਪਾਉਂਦੀਆਂ ਨੇ। ਪਰ ਜਿਹੜਾ ਪੰਜਾਬ ਨੂੰ ਮਿਲਿਆ ਹੋਇਆ ਪਾਣੀ ਹੈ ਉਹ ਵਰਤਿਆ ਜਾ ਰਿਹਾ ਕਿ ਨਹੀਂ ਵਰਤਿਆ ਜਾ ਰਿਹਾ, ਇਸ ਸਵਾਲ ਤੇ ਸਾਰੇ ਚੁੱਪ ਨੇ। ਸਵਾਲ ਇਹ ਹੈ ਕਿ ਪੰਜਾਬ ਦਾ ਪਾਣੀ ਜਿਹੜਾ ਬਣਦਾ ਹੱਕ ਹੈ ਮਿਲੇ। ਰਿਪੇਰੀਅਨ ਲਾਅ ਦੇ ਮੁਤਾਬਕ ਉਹ ਨਹੀਂ ਮਿਲਿਆ ਹੋਇਆ, ਉਹ ਮਿਲਣਾ ਚਾਹੀਦਾ ਸੀ ਇਹਦੇ ਹੱਕ 'ਚ। ਪਰ ਅਸੀਂ ਚਾਹੁੰਦੇ ਉਦੋਂ ਪਹਿਲਾਂ ਵੀ ਲੜਾਈ ਇਹ ਆ ਕਿ ਜਿਹੜਾ ਹੱਕ ਮਿਲ ਚੁੱਕਾ ਕਿ ਉਹ ਪਾਣੀ ਅਸੀਂ ਵਰਤ ਰਹੇ, ਉਹ ਪਾਣੀ ਅਸੀਂ ਨਹੀਂ ਵਰਤ ਰਹੇ। ਵਜ੍ਹਾ ਇੱਥੇ ਪੂਰੇ ਖਾਲੇ ਨਹੀਂ ਹੈਗੇ, ਪੂਰੇ ਜਿਹੜੇ ਸੂਬੇ ਨਹੀਂ ਹੈਗੇ, ਉਹਨੂੰ ਡਿਸਟ੍ਰੀਬਿਊਟ ਕਰਨ ਦਾ ਪ੍ਰਬੰਧ ਹੈ ਨਹੀਂਗਾ। ਜਦੋਂ ਪ੍ਰਬੰਧ ਹੈ ਨਹੀਂ ਤਾਂ ਜਿਹੜਾ ਮਿਲਿਆ ਹੋਇਆ ਪਾਣੀ ਅਸੀਂ ਵਰਤ ਨਹੀਂ ਰਹੇ, ਓਵਰਫਲੋ ਹੋ ਕੇ ਦਰਿਆਵਾਂ 'ਚ ਵੇਸਟ ਜਾ ਰਿਹਾ। ਤਾਂ ਜਦੋਂ ਇਹ ਵੀ ਗੱਲ ਪੱਕੀ ਕਿ ਸਰਕਾਰ ਇਹਨੂੰ ਆਪਦੇ ਹੱਥਾਂ 'ਚ ਲਏਗੀ ਤਾਂ ਇਹ ਸਿਸਟਮ ਨੂੰ ਤਹਿਸ ਨਹਿਸ ਕਰਨ ਦੀ ਉਹ ਕੋਸ਼ਿਸ਼ ਕਰੇਗੀ, ਯਾਨੀ ਕਿ ਖੋਵੇਗੀ ਨਹੀਂ, ਸਾਡੀ ਲੋੜ ਬਣਾਵੇਗੀ ਕਿ ਅਸੀਂ ਆਪ ਦੇ ਦਈਏ। ਤਾਂ ਜਦੋਂ ਇਹ ਸਿਸਟਮ ਤਹਿਸ ਨਹਿਸ ਹੋ ਗਿਆ, ਜਿਹੜਾ ਡਿਸਟ੍ਰੀਬਿਊਟ ਕਰਨ ਵਾਲਾ ਸਿਸਟਮ ਹੈ, ਇਰੀਗੇਸ਼ਨ ਡਿਪਾਰਟਮੈਂਟ ਜਦੋਂ ਤਹਿਸ ਨਹਿਸ ਹੋ ਗਿਆ, ਪਾਣੀ ਜਦੋਂ ਲੋਕਾਂ ਨੂੰ ਲਾਉਣ ਲਈ ਖਾਲੇ ਨਹੀਂ ਰਹਿਣਗੇ, ਕੋਈ ਸਿਸਟਮ ਹੀ ਨਹੀਂ ਰਹੇਗਾ, ਤਾਂ ਆਪੇ ਪਾਣੀ ਦਾ ਸਰਕਾਰ ਜੋ ਮਰਜ਼ੀ ਕਰੇਗੀ। ਪਰ ਅਸੀਂ ਸਰਕਾਰ ਦਾ ਸੁਪਨਾ ਹੀ ਰਹਿਣ ਦਿਆਂਗੇ। ਕੇਂਦਰ ਦੀ ਇਸ ਮੋਦੀ ਹਕੂਮਤ ਨੂੰ ਪੰਜਾਬ ਦੇ ਪਾਣੀਆਂ ਤੇ ਡਾਕਾ ਨਹੀਂ ਮਾਰ ਦਿਆਂਗੇ। ਹਰ ਕਿਸਮ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ। ਜਿਸ ਤਰ੍ਹਾਂ ਕਿ ਭਗਵੰਤ ਮਾਨ ਜੀ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਦਿੱਤਾ ਕਿ ਜਿੱਥੇ ਪੰਜਾਬ ਦੇ ਵਿੱਚ ਕੱਚੇ ਖਾਲੇ ਉੱਥੇ ਪਾਈਪਲਾਈਨਾਂ ਦੇ ਨਾਲ ਜੋੜਿਆ ਜਾਏਗਾ, ਤੇ ਇੱਕ ਪੰਜਾਬ ਦੇ ਵਿੱਚ ਜਿਹੜੇ ਪਿੰਡ ਆ ਉਹਨਾਂ ਨੂੰ ਬੱਸਾਂ ਦੇ ਵਿੱਚ ਬੱਸਾਂ ਨਹੀਂ ਜਾਂਦੀਆਂ, ਉਹਨਾਂ ਪਿੰਡਾਂ ਨੂੰ ਬੱਸ ਸਰਵਿਸ ਦੇ ਨਾਲ ਜੋੜਿਆ ਜਾਏਗਾ। ਇਹ ਕਿਸ ਤਰ੍ਹਾਂ ਮੰਨਦੇ ਹੋ ਤੁਸੀਂ ਉਹਦਾ ਜਿਹੜਾ ਕਦਮ ਚੱਕਿਆ? ਦੇਖੋ ਜੀ, ਕੋਈ ਕਦਮ ਨਹੀਂ ਹੈਗਾ, ਇਹ ਤਾਂ ਗੱਲ ਏ ਜੀ। ਕਹਿਣ ਨੂੰ ਤਾਂ ਅਸੀਂ ਵੀ ਕਹਾਂਗੇ ਵੀ ਹਰ ਪਿੰਡ 'ਚ 4 ਹੈਲੀਕਾਪਟਰ ਲਾਵਾਂਗੇ, ਉਹ ਜਾਣ ਕਰਨਗੇ। ਇਹਨੂੰ ਕੀ, ਜਦੋਂ ਕਬੀਰ ਬਾਦਲ ਵੀ ਇਹੀ ਕਰਦਾ ਹੁੰਦਾ ਸੀ ਵੀ ਝੂਠ ਮਾਰਨਾ ਤੇ ਕੋਈ ਵੱਡਾ ਹੀ ਮਾਰੀਏ। ਖਾਲੇ ਪੱਕੇ ਕਰਾਂਗੇ। ਅੱਜ ਦੀ ਡੇਟ ਵਿੱਚ ਜਿਹੜੀਆਂ ਐਪਲੀਕੇਸ਼ਨਸ ਪਈਆਂ ਹੋਈਆਂ ਨੇ ਇਰੀਗੇਸ਼ਨ ਡਿਪਾਰਟਮੈਂਟ ਕੋਲ, ਉਹ ਜਵਾਬ ਦੇ ਰਹੇ ਨੇ ਕਿ ਸਾਡੇ ਕੋਲ ਫੰਡ ਹੈ ਨਹੀਂਗਾ, ਅਸੀਂ ਤੁਹਾਨੂੰ ਪਾਈਪਲਾਈਨਾਂ ਨਹੀਂ ਪਾ ਕੇ ਦੇ ਰਹੇ। ਪਹਿਲਾਂ ਜਿਹੜੇ ਬਾਅਦ 'ਚ ਕਰਨਾ ਛੱਡੋ ਨਾ, ਜਿਹੜੀਆਂ ਤੁਹਾਡੇ ਕੋਲ ਐਪਲੀਕੇਸ਼ਨਾਂ ਪਹੁੰਚੀਆਂ ਹੋਈਆਂ ਨੇ, ਜਿਹੜੇ ਲੋਕ ਬੇਨਤੀ ਕਰ ਰਹੇ ਨੇ ਕਿ ਸਾਡਾ ਖਾਲਾ ਕੱਚਾ, ਸਾਨੂੰ ਪਾਈਪਲਾਈਨ ਦਿਓ, ਪਹਿਲਾਂ ਉਹਨਾਂ ਨੂੰ ਤਾਂ ਦਿਓ ਫੰਡ, ਉਹ ਆਪਦਾ ਪਾਉਣ, ਫਿਰ ਹੋਰ ਨਾਲ ਵੇਖ ਲਏਗੀ। ਬੱਸਾਂ, ਮਿੰਨੀ ਬੱਸਾਂ ਵੋਟਾਂ ਤੋਂ ਪਹਿਲਾਂ ਆਈਆਂ ਸੀ। ਗੱਲ ਇੱਛਾ ਸ਼ਕਤੀ ਦੀ ਘਾਟ ਹੈ ਸਰਕਾਰਾਂ ਦੇ ਵਿੱਚ। ਜੇ ਇੱਛਾ ਸ਼ਕਤੀ ਹੋਵੇਗੀ ਤੇ ਕੁਝ ਹੋਣਾ ਹੈ। ਭਗਵੰਤ ਮਾਨ ਦਾ ਬਹੁਤ ਵੱਡਾ ਜਿਹੜਾ ਪੇਪਰ ਹੈ
ਐਗਜ਼ਾਮ ਹੈ ਜਿਹੜਾ ਹੋ ਰਿਹਾ ਪੰਜਾਬ ਦੇ ਵਿੱਚ, ਜੇ ਭਗਵੰਤ ਮਾਨ ਨੇ ਉਹਦੇ ਵਿੱਚੋਂ ਪਾਸ ਹੋਣਾ ਹੈ ਤਾਂ ਉਹਦਾ ਇਰਾਦਾ ਦ੍ਰਿੜ ਹੋਣਾ ਚਾਹੀਦਾ ਹੈ, ਕੇਜਰੀਵਾਲ ਦੇ ਚੁੰਗਲ 'ਚੋਂ ਉਹਨੂੰ ਨਿਕਲਣਾ ਚਾਹੀਦਾ ਹੈ, ਫਿਰ ਭਾਵੇਂ ਪਾਸ ਹੋ ਜਾਵੇ, ਨਹੀਂ ਤੇ ਮੈਨੂੰ ਲੱਗਦਾ ਨਹੀਂ ਵੀ ਇਸ ਐਗਜ਼ਾਮ 'ਚੋਂ ਪਾਸ ਹੋਵੇ। ਬੱਸਾਂ ਬੜੀ ਵਾਰੀ ਚੱਲੀਆਂ, ਬੜੇ ਪੈਸੇ ਲੱਗੇ, ਬੱਸਾਂ ਤਾਂ ਖੜੀਆਂ ਹੋਈਆਂ ਨੇ, ਡਿਪੂਆਂ 'ਚ ਖੜੀਆਂ ਹੋਈਆਂ ਨੇ, ਫੰਡ ਨਹੀਂ ਹੈਗੇ ਬੋਰਡ ਕੋਲ, ਤੇਲ ਵਾਸਤੇ ਫੰਡ ਹੈ ਨਹੀਂ ਗੇ, ਜਿੰਨਾ ਚਿਰ ਡਰਾਈਵਰ ਨਾ ਹੋਣਗੇ, ਕੰਡਕਟਰ ਨਾ ਹੋਣਗੇ, ਤੇਲ ਨਾ ਹੋਵੇਗਾ, ਚੱਲਣਗੀਆਂ ਕਿਵੇਂ? ਤਾਂ ਇੱਛਾ ਸ਼ਕਤੀ ਦੀ ਘਾਟ ਹੈ। ਇੱਕ ਆਖਰੀ ਸਵਾਲ, ਜਿਸ ਤਰ੍ਹਾਂ ਕਿ ਇੱਕ ਵੀਰ ਨੇ ਜਦੋਂ ਤੁਸੀਂ ਪਾਣੀ ਵਾਲੀਆਂ ਬੱਸਾਂ ਬਾਰੇ ਗੱਲ ਕੀਤੀ ਸੀ ਤੇ ਇੱਕ ਵੀਰ ਨੇ ਸਵਾਲ ਚੱਕਿਆ ਸੀ ਕਿ ਪਾਣੀ ਵਾਲੀਆਂ ਬੱਸਾਂ ਜਿਹੜੀਆਂ ਚਲਾਈਆਂ ਗਈਆਂ ਸੀ ਉਹ ਕਿਸ ਤਰੀਕੇ ਦੀਆਂ ਸੀ ਤੇ ਕਿੱਥੇ ਚਲਾਈਆਂ ਗਈਆਂ ਸੀ? ਗੱਲ ਹਾਸੇ ਤੋਂ ਚੁਟਕਲੇ ਤੋਂ ਬਿਨਾ ਹੈ ਹੀ ਕੁਝ ਨਹੀਂ। ਇੱਕ ਗੰਦੀ ਜੀ ਬੇੜੀ ਨੂੰ ਇੰਜਨ ਲਾ ਦੇਣ ਉਹਨੂੰ ਪਾਣੀ ਵਾਲੀਆਂ ਬੱਸਾਂ ਕਹਿੰਦੇ ਨੇ। ਇਹ ਮਤਲਬ ਮਜ਼ਾਕ ਹੈ ਉਹਦਾ। ਸੁਖਬੀਰ ਬਾਦਲ ਨੂੰ ਚਾਹੀਦਾ ਹੈ ਕਿ ਉਹਦੇ ਤੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗ ਲਵੇ ਕਿ ਜੀ ਉਹ ਪਾਣੀ ਵਾਲੀਆਂ ਬੱਸਾਂ ਨਹੀਂ ਸੀ, ਉਹ ਐਵੇਂ ਮਜ਼ਾਕ ਕੀਤਾ ਸੀ ਤੇ ਮੇਰੇ ਤੋਂ ਗਲਤੀ ਹੋ ਗਈ ਹੈ, ਮੈਨੂੰ ਮਾਫੀ ਦਿਓ। ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗ ਲਵੇ, ਐਵੇਂ ਆਪਦਾ ਮਜ਼ਾਕ ਨਾ ਉਡਾਵੇ। ਉਹ ਕੋਈ ਬੱਸਾਂ ਨਹੀਂ ਸੀ ਹੈਗੀਆਂ ਜੀ, ਉਹ ਇੱਕ ਬੇੜੀ ਨੂੰ ਥੱਲੇ ਖਾਪਾਂ 'ਚ ਲਾਏ ਸੀ, ਇਹਨੂੰ ਬੱਸਾਂ ਨਹੀਂ ਕਹਿੰਦੇ। ਤਾਂ ਇਹ ਮਜ਼ਾਕ ਹੈ ਲੋਕਾਂ ਨਾਲ। ਬਹੁਤ ਬਹੁਤ ਧੰਨਵਾਦ। ਕਿਉਂਕਿ ਜਿਹੜੀਆਂ ਬੱਸਾਂ ਪਾਣੀ ਵਾਲੀਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਚਲਾਈਆਂ ਸੀ, ਜਦੋਂ ਸਰਕਾਰ ਬਦਲੀ ਤੇ ਨਾਲ ਹੀ ਪੰਜਾਬ ਦੇ ਵਿੱਚ ਸੁਲਤਾਨਪੁਰ ਲੋਧੀ ਵਾਲੀ ਸਾਈਡ ਤੇ ਹੜ੍ਹ ਆ ਗਏ ਸੀ, ਉਹ ਬੱਸਾਂ ਉੱਥੇ ਵੀ ਚਲਾਈਆਂ ਜਾ ਸਕਦੀਆਂ ਸੀ ਜੇਕਰ ਚੱਲਣਯੋਗ ਹੁੰਦੀਆਂ। ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਹੁਣ ਸਰਕਾਰ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਸੀ, ਉਸ ਟਾਈਮ ਤੇ ਵੀ ਪੰਜਾਬ ਦੇ ਵਿੱਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਸੀ। ਜੇਕਰ ਉਹ ਬੱਸਾਂ ਚੱਲਣਯੋਗ ਸੀ ਤਾਂ ਉੱਥੇ ਵੀ ਚਲਾਈਆਂ ਜਾ ਸਕਦੀਆਂ ਸੀ। ਕੈਮਰਾਮੈਨ ਲਖਵਿੰਦਰ ਦੇ ਨਾਲ ਬਲਵਿੰਦਰ ਸਿੰਘ ਰੱਤੇਵਾਲੀ। ਐਸਐਚਓ ਨੂੰ ਐਸਐਸਪੀ ਨੂੰ ਮਜਬੂਰ ਕਰ ਦਿੱਤਾ, ਉਹਨਾਂ ਮੁੰਡਿਆਂ ਨੂੰ ਫੜਿਆ, ਪੁੱਛਗਿੱਛ ਕੀਤੀ ਤੇ ਉਹਨਾਂ ਨੂੰ ਕਬੂਲਣਾ ਪਿਆ ਵੀ ਹਾਂਜੀ ਬੱਚੀ ਇਸ ਜਗ੍ਹਾ ਤੇ ਆ। ਜਦੋਂ ਪੁਲਿਸ ਨਾਲ ਗਈ, ਆਪਣੇ ਸਾਥੀ ਨਾਲ ਗਏ ਤੇ ਬੱਚੀ ਨੂੰ ਉਸ ਮਿੱਟੀ ਦੇ ਵਿੱਚੋਂ ਕੱਢਿਆ ਜਿੱਥੇ ਟੋਇਆ ਪੁੱਟ ਕੇ ਉਹਦੀ ਬੇਪਤ ਕਰਕੇ ਉਹਨੂੰ ਨੱਪ ਦਿੱਤਾ ਸੀ। ਪਾਸੇ ਪੱਠੇ ਸੀਗੇ, ਵਿਚਕਾਰ ਛੋਟਾ ਜਿਹਾ ਟੋਇਆ ਪੱਟ ਕੇ ਉੱਥੇ ਨੱਪ ਦਿੱਤਾ। ਜਦੋਂ ਬੱਚੀ ਨੂੰ ਦਾ ਡੈੱਡ ਬੋਡੀ ਕੱਢੀ, ਪੋਸਟਮਾਰਟਮ ਕਰਾਇਆ, ਪੋਸਟਮਾਰਟਮ ਤੋਂ ਇਹ ਸਾਬਤ ਹੋਇਆ ਕਿ ਬੱਚੀ ਐਵੇਂ ਹਾਰ ਨਹੀਂ ਮੰਨੀ, ਉਹਨਾਂ ਨਾਲ ਪੂਰਾ ਉਹਨੇ ਯੁੱਧ ਕੀਤਾ। ਉਹਦੇ ਜਿਹੜੇ ਨੌਂ ਸੀ, ਨੌਵਾਂ ਦੇ ਵਿੱਚ ਵਾਲ ਫਸੇ ਹੋਏ ਸੀ ਕਿਉਂਕਿ ਉਹ ਮੁੰਡਿਆਂ ਦੇ ਨਾਲ ਪੂਰਾ ਲੜਾਈ ਕਰਦੀ ਰਹੀ। ਉਹਦੇ ਨੌਵਾਂ ਦੇ ਵਿੱਚੋਂ ਜਿਹੜੀ ਉਹਨਾਂ ਦੀਆਂ ਸ਼ਰਟਾਂ ਸੀ, ਉਹਦੇ ਕੱਪੜੇ ਨਿਕਲੇ ਵਿੱਚੋਂ, ਉਹ ਬੰਦਰ ਚਲੇ ਗਏ। ਇੱਕ ਦਿਨ ਕੋਰਟ ਦੇ ਵਿੱਚ ਤਰੀਕ ਸੀ, ਉਹਨਾਂ ਦਾ ਬਜ਼ੁਰਗ ਸੀ, ਉਹ ਤਰੀਕ ਭੁਗਤਣ ਆਇਆ। ਉਸੇ ਦਿਨ ਹੀ ਆਪਣੀ ਵੀ ਉੱਥੇ ਮੀਟਿੰਗ ਸੀਗੀ। ਇਹ ਜਿਹੜਾ ਘਰਾਣਾ ਸੀਗਾ, ਇਹਨਾਂ ਦੀਆਂ ਦੁਸ਼ਮਣੀਆਂ ਬੜੇ ਬੰਦਿਆਂ ਦੇ ਨਾਲ ਸੀ। ਕਿਸੇ ਹੋਰ ਬੰਦਿਆਂ ਨੇ ਆ ਕੇ ਕੋਰਟ ਦੇ ਵਿੱਚ ਹੀ ਉਸ ਬਜ਼ੁਰਗ ਦਾ ਕਤਲ ਕਰ ਦਿੱਤਾ, ਜਿਹੜੇ ਜੇਲ੍ਹ ਦੇ ਅੰਦਰ ਸੀ, ਜਿਨ੍ਹਾਂ ਬੱਚੀ ਦੀ ਬੇਪਤ ਕੀਤਾ ਸੀ, ਉਹਨਾਂ ਦੇ ਬਜ਼ੁਰਗ ਦਾ ਕਤਲ ਕਰ ਦਿੱਤਾ। ਵੱਖਰੇ ਵੱਖਰੇ ਧੁਰੇ ਨੇ। ਤੁਹਾਡਾ ਪਿੰਡ ਹੈ ਨਾ, ਇੱਕ ਘਰ ਪਿੰਡ ਦੇ ਇਸ ਸਿਰੇ ਤੇ ਆ, ਇੱਕ ਘਰ ਪਿੰਡ ਦੇ ਉਸ ਸਿਰੇ ਤੇ ਆ। ਉਹਨਾਂ ਦਾ ਆਪਸ ਵਿੱਚ ਗੁਆਂਢ ਹੈਗੇ ਨੇ, ਉਹ ਗੁਆਂਢੀ ਕਹੋਗੇ ਉਹਨਾਂ ਨੂੰ? ਨਹੀਂ, ਉਹ ਵੱਖਰਾ ਸਿਰਾ। ਸਰਕਾਰ ਵੱਖਰਾ ਸਿਰਾ ਤੇ ਰਾਜ ਵੱਖਰਾ ਸਿਰਾ। ਇਸ ਕਹਾਣੀ ਦੀ ਸ਼ੁਰੂਆਤ ਕਿੱਥੋਂ ਹੋਈ? ਇੱਕ ਤੁਹਾਨੂੰ ਮੈਂ ਗੱਲ ਸੁਣਾਉਣਾ। ਮੈਂ ਥੱਕਿਆ ਸਾਂ, ਤੇਰੀ ਵੀਰ ਬੜੀ ਮਿਹਰਬਾਨੀ, ਤੂੰ ਮੇਰੀ ਬੈਟਰੀ ਚਾਰਜ ਕਰਦੀ। ਮੈਂ ਸੱਚੀ ਬੜਾ ਥੱਕਿਆ ਪਿਆ ਸਾਂ। ਸਵੇਰ ਦੇ 7 ਵਜੇ ਦਾ ਨਿਕਲਿਆ। ਮੈਂ ਦਸਵੀਂ ਗੱਲ ਏ, ਜਿਹੜੀ ਆ ਪਿਛਲੀ ਮੀਟਿੰਗ ਕੀਤੀ ਹੈ ਨਾ, ਕਿੱਥੇ ਕੀਤੀ ਆਪਾਂ? ਪੰਜੇ ਹੈ ਮੰਡੀ ਪੰਜੇ ਕੇ ਮੀਟਿੰਗ ਕਰਕੇ ਉਹਨਾਂ ਨੇ ਪਕੌੜੇ ਲਿਆਂਦੇ ਸੀ। ਮੈਂ ਉੱਥੋਂ ਅਸੀਂ ਨਾਲ ਤਿੰਨਾਂ ਜਣਿਆਂ ਨੇ ਉਹਨਾਂ ਪਕੌੜਿਆਂ ਨਾਲ 2-2 ਰੋਟੀਆਂ ਖਾਧੀਆਂ ਨੇ। ਸਵੇਰ ਦੀ ਰੋਟੀ ਨਹੀਂ ਖਾਣੀ ਸੀ, ਇੰਨੇ ਥੱਕੇ ਪਏ ਸਾਂ। ਬਸ ਤੇਰੀ ਗੱਲ ਨੇ ਬੈਟਰੀ ਚਾਰਜ ਕਰਤੀ। ਗੱਲ ਦੀ ਸ਼ੁਰੂਆਤ ਕਿਵੇਂ ਹੁੰਦੀ? ਕੁੱਕਰ ਹੈਗਾ ਆਪਣੇ ਸਾਰਿਆਂ ਦੇ ਘਰੇ, ਕੁੱਕਰ ਹੈਗਾ ਨਾ, ਮੀਟ ਧਰਦੇ ਨੇ। ਕੀ ਹੁੰਦਾ ਜਦੋਂ ਇਹਦੀ ਗੈਸ ਬਣਦੀ ਨਾ ਫੁੱਲ, ਮੁਰਗਾ ਦਾ ਵਿਚਾਰਾ ਵਿੱਚ ਰਿੱਝਦਾ ਪਿਆ, ਉਹਦੇ ਚ ਫੁੱਲ ਗੈਸ ਬਣਦੀ, ਉਹਦੀ ਵੀ ਸੱਚ ਚੁੱਕੀ ਜਾਂਦੀ, ਗੈਸ ਨਿਕਲ ਜਾਂਦੀ ਏ। ਗੈਸ ਨਿਕਲ ਜਾਂਦੀ ਏ, ਸੀਟੀ ਥੱਲੇ ਆਉਂਦੀ, ਮੁਰਗਾ ਫਿਰ ਰਿੱਝਣ ਲੱਗ ਪੈਂਦਾ। ਉਹ ਜਦੋਂ ਫਿਰ ਗੈਸ ਬਣ ਜਾਂਦੀ, ਸੀਟੀ ਫਿਰ ਚੁੱਕੀ ਜਾਂਦੀ ਏ, ਹਵਾ ਨਿਕਲ ਜਾਂਦੀ ਏ, ਸੀਟੀ ਥੱਲੇ ਆ ਜਾਂਦੀ, ਮੁਰਗਾ ਫਿਰ ਰਿੱਝ ਜਾਂਦਾ। ਉਹ ਵਿਚਾਰਾ ਮੁਰਗਾ ਰਿੱਝਦਾ ਰਹਿੰਦਾ, ਹੱਡੀਆਂ ਵੱਖਰੀਆਂ, ਪਸਲੀਆਂ ਵੱਖਰੀਆਂ, ਸਭ ਵਿਖਰ ਜਾਂਦਾ, ਕਹਾਣੀ ਖਤਮ। ਉਹਦੀ ਸੀਟੀ ਕਰਦੇ। ਜੇ ਉਹ ਸੀਟੀ ਨਾ ਵੱਜੇ ਤੇ ਫਿਰ ਕੀ ਹੋਵੇਗਾ? ਫਿਰ ਫਟੇਗਾ ਨਾ।
ਤੇ ਜਦੋਂ ਫਟਿਆ ਫਿਰ ਕੀ ਹੋਵੇਗਾ? ਸਾਰੀ ਰਸੋਈ ਵੀ ਲਿਬੜੇਗੀ, ਸਾਰੇ ਭਾਂਡੇ ਵੀ ਲਿਬੜਨਗੇ, ਮੁਰਗਾ ਵੀ ਉੱਡ ਜਾਏਗਾ, ਸਭ ਸਵਾਦ ਵਿੱਚੇ ਧਰੇ ਰਹਿ ਜਾਣਗੇ। ਮੇਰੇ ਵਰਗੇ ਨੇ ਕਿਸੇ ਨੇ ਪਾ ਕੇ ਰੱਖਿਆ ਹੋਇਆ ਗਲਾਸੀ 'ਚ ਵੀ ਸੈਂਖੀ ਕੱਢ ਕੇ ਪੀਣਾ, ਉਹ ਵੀ ਉੱਥੇ ਡੋਲੇਗਾ ਵੀ ਸਿਰ ਖਸਮਾਂ ਦਾ ਬਣਿਆ। ਜਿਹੜਾ ਸਿਸਟਮ ਬਣਿਆ ਨਾ, ਇਹ ਇਨ ਬਿਨ ਇਹੀ ਗੱਲ। ਕਿਵੇਂ? ਸਰਕਾਰ ਆ ਗਈ ਕਾਲੀਆਂ ਦੀ, ਰੱਜ ਕੇ ਲੁੱਟਿਆ ਉਹਨਾਂ ਤੋਂ। ਇੱਥੇ ਤੁਹਾਡਾ ਇੱਥੋਂ ਦਾ ਲੀਡਰ ਰੱਜ ਕੇ ਲੁੱਟਿਆ। ਮੈਂ ਕਹਿੰਦਾ ਉਹਨੇ ਬਜਰੀ ਚੋਂ ਰੇਤਾ ਚੋਂ ਰੱਜ ਕੇ ਪੈਸੇ ਖਾਦੇ। ਜੇ ਕੋਈ ਕਹਿੰਦਾ ਨਹੀਂ ਖਾਦੇ ਤਾਂ ਕਹਿ ਸਕਦਾ ਵੀ ਮੈਂ ਸਹੁੰ ਦੇਣਾ ਨਹੀਂ ਖਾਦੇ, ਵੀ ਸਾਡੇ ਲੀਡਰ ਨੇ ਤਾਂ ਬਜਰੀ ਤੇ ਰੇਤਾ ਚੋਂ ਕੋਈ ਪੈਸਾ ਨਹੀਂ ਬਣਾਇਆ। ਮੈਂ ਕਹਿੰਦਾ ਬਣਾਏ ਨਹੀਂ, ਰੱਜ ਕੇ ਖਾਦਾ। ਜਨਤਾ ਜਿਹੜੀ ਬੜੀ ਤੰਗ ਹੋ ਗਈ ਯਾਰ, ਬੜੇ ਗੰਦੇ ਬੰਦੇ ਨੇ, ਕੁਛ ਨਹੀਂ ਸਵਾਰਦੇ, ਬੜਾ ਗੁੱਸਾ ਹੋ ਗਿਆ, ਗੰਦੇ ਬੰਦੇ ਨੇ। ਗੈਸ ਫੁੱਲ ਹੋ ਗਈ, ਉਹਨੇ ਜਦੋਂ 5 ਸਾਲ ਹੋ ਗਏ ਸੀਡੀ ਚੁੱਕੀ ਜੀ, ਉਹ ਕਹਿੰਦੇ ਗੱਲ ਕਿਹੜੀ ਹੈ, ਇਹ ਗੰਦੇ ਨੇ, ਤੁਸੀਂ ਹੋਰ ਚੁਣ ਲਓ। ਕੈਪਟਨ ਆ ਗਿਆ, ਸੀਡੀ ਥੱਲੇ ਡਿੱਗ ਪਈ, ਸੀਡੀ ਥੱਲੇ ਹੋ ਗਈ ਨਾ, ਕੈਪਟਨ ਚੁਣ ਲਿਆ ਜੀ। ਭਜਾਤੇ ਕਿ ਨਹੀਂ ਵੇਖਿਆ, ਹਰਾਏ ਨੇ ਕਿ ਨਹੀਂ ਵੇਖਿਆ, ਇੱਕ ਨਹੀਂ ਜਿੱਤਿਆ, ਆ ਭਜਾਤੇ ਕੈਪਟਨ ਸਾਹਿਬ ਆ ਗਏ ਨੇ, ਸੀਡੀ ਥੱਲੇ ਹੋ ਗਈ। ਅਸੀਂ ਰਿੱਝੀ ਗਏ 2.5 ਸਾਲਾਂ ਬਾਅਦ ਇੰਨਾ ਰਿੱਝ ਗਿਆ ਵੀ ਗੈਸ ਬੰਦ ਲੱਗ ਪਈ, ਗੁੱਸਾ ਆਉਣ ਲੱਗ ਪਿਆ। ਗੁੱਸਾ ਆ ਕੇ 5 ਸਾਲਾਂ 'ਚ ਇੱਕ ਉੱਤੇ ਦਾੜੀ ਬੰਨ ਨੇ ਖਾ ਲਿਆ ਸਾਨੂੰ ਦਾ। ਨਾ ਕਰਜ਼ੇ ਮਾਫ ਕੀਤੇ, ਨਾ ਮਹਿੰਗਾਈ ਤੇ ਕੰਟਰੋਲ ਕੀਤਾ, ਨਾ ਖੇਤੀ ਦਾ ਕੁਛ ਕੀਤਾ, ਕੱਖ ਨਹੀਂ ਕੀਤਾ। ਇਹ ਗੈਸ ਬਣ ਗਈ ਵੀ ਫਟ ਜਾਣਾ ਹੈ। ਉਹਨਾਂ ਕੇ ਕੱਲ ਨੂੰ ਯਾਰ ਤੁਹਾਡੀ ਸੀਡੀ ਚੁੱਕ ਦਿੰਦੇ ਆ ਕੇਜਰੀਵਾਲ ਵੇਖੋ ਕਿੱਡਾ ਚੰਗਾ ਬੰਦਾ, ਆ ਦਿੱਲੀ 'ਚ ਵੇਖੋ ਉਹਨੇ ਕਿੱਡਾ ਸੋਹਣਾ ਮਾਡਲ ਪੇਸ਼ ਕੀਤਾ, ਆ ਉਹੀ ਮਾਡਲ ਇੱਥੇ ਲੈ ਆਉਣੇ ਆ ਭਗਵੰਤ ਮਾਨ ਵੇਖੋ ਕਿੱਡਾ ਇਮਾਨਦਾਰ ਬੰਦਾ। ਕੋਈ ਗੱਲ ਨਹੀਂ, ਤੁਸੀਂ ਨਵੀਂ ਚੁਣ ਲਓ, ਸੀਡੀ ਥੱਲੇ ਫਿਰ ਉਬਲੀ ਜਾਂਦੇ ਆ। ਹੁਣ ਅਸੀਂ ਫਿਰ 2.5-3 ਸਾਲ ਉਬਲਣਾ, 2.5-3 ਸਾਲ ਉਬਲ ਕੇ ਗੈਸ ਬੰਨੀ ਏ, ਉਹਨੇ ਜਦੋਂ ਕੋਈ ਹੋਰ ਆ ਜਾਣਾ, ਸੀਡੀ ਸਾਡੀ ਫਿਰ ਚੱਕੀ ਜਾਣੀ। ਤਾਂ ਜਿਹੜਾ ਕੁੱਕਰ ਵਾਲੀ ਜਿਹੜੀ ਐਗਜ਼ਾਮਪਲ ਸਾਡੇ ਚੈਨ ਟੁੱਕਦੀ ਏ ਕਿ ਜਦੋਂ ਗੁੱਸਾ ਐਨ ਫੁੱਟਣ ਤੇ ਆਉਂਦਾ ਏ, ਉਹ ਕਹਿੰਦੇ ਨੇ ਨਾ ਯਾਰ ਨਾ, ਤੁਸੀਂ ਹੋਰ ਚੁਣ ਲਓ, ਤੁਹਾਡੀ ਮਰਜ਼ੀ, ਜਿਹੜਾ ਮਰਜ਼ੀ ਚੁਣ ਲਓ। ਤਾਂ ਸਾਡੀ ਮਰਜ਼ੀ, ਅਸੀਂ ਜਿਹੜਾ ਮਰਜ਼ੀ ਚੁਣ ਲਈਏ, ਜਿਹੜਾ ਮਰਜ਼ੀ ਅਸੀਂ ਕੀ ਚੁਣ ਲਈਏ। ਤੁਹਾਡੇ ਜ਼ਿਲ੍ਹੇ ਦਾ ਡੀਸੀ ਪਤਾ ਕਿਹੜਾ? ਪਤਾ ਲੈ, ਡੀਸੀ ਪਤਾ ਕਿਹੜਾ? ਡੀਸੀ ਨੂੰ ਕਿਹਨੇ ਚੁਣਿਆ ਵੀ? ਤੁਸੀਂ ਚੁਣਿਆ ਡੀਸੀ ਨੂੰ? ਸਰਕਾਰ ਕੌਣ ਹੈ? ਡੀਸੀ ਹੈ ਕਿ ਸਰਾਰੀ ਹੈ? ਸਰਾਰੀ ਨਾ ਕਹੋ ਡੀਸੀ ਦੇ ਕੰਮ ਕਰਕੇ ਵਿਖਾਵੇ। ਤੁਹਾਡੇ ਪਿੰਡ ਦਾ ਜਿਹੜਾ ਗਰਦੌਰੀ ਕਰਨੀ ਹੈ, ਸਰਾਰੀ ਨਾ ਕਹੋ ਲੈ ਗਰਦੌਰੀ ਕਰਾ ਕੇ ਵਿਖਾਵੇ। ਡੀਸੀ ਕਹਿ ਦੇਵੇ ਨਹੀਂ ਹੋਣੀ ਤੇ ਸਰਾਰੀ ਗਰਦੌਰੀ ਕਰਾ ਕੇ ਵਿਖਾਵੇ। ਤੁਹਾਡੇ ਜ਼ਿਲ੍ਹੇ ਦਾ ਐਸਐਸਪੀ ਕੌਣ ਹੈ? ਪਤਾ? ਕਿੰਨੇ ਚੁਣਿਆ? ਤੁਸੀਂ ਚੁਣਿਆ। ਐਸਐਸਪੀ ਤੁਸੀਂ ਚੁਣ ਕੇ ਲਾਇਆ ਹੈ। ਗੰਦਾ ਹੈ, ਮੰਦਾ ਹੈ, ਚੰਗਾ ਹੈ, ਹਟਾ ਲੋਗੇ ਉਹਨੂੰ ਜੇ ਢਾਉਣ ਨੂੰ ਜੀ ਕੀਤਾ ਤਾਂ, ਕਰਪਸ਼ਨ ਕਰੇਗਾ ਤਾਂ ਕੀ ਕਰੋਗੇ? ਮਜ਼ਾਰਾ ਕਰੋਗੇ, ਇੱਥੋਂ ਬਦਲ ਕੇ ਭੋਗੇ ਕਰ ਦੇਣਗੇ। ਆਈਜੀ ਪਤਾ ਕੌਣ ਹੈ? ਕਮਿਸ਼ਨਰ ਪਤਾ ਕੌਣ ਹੈ? ਖੇਤੀਬਾੜੀ ਮਹਿਕਮੇ ਦਾ ਚੀਫ ਕੌਣ ਹੈ? ਪਤਾ? ਖੇਤੀ ਦਾ ਸਾਰੇ ਕਰਦੇ ਜੇ ਨਾ। ਖੇਤੀਬਾੜੀ ਮਹਿਕਮੇ ਦੇ ਚੀਫ ਦਾ ਨਾਮ ਪਤਾ? ਮਿਲੇ ਜੇ ਕਦੇ ਕਿਸੇ ਨੂੰ? ਪਾਉ ਤੈਨੂੰ ਪਤਾ ਖੇਤੀਬਾੜੀ ਮਹਿਕਮੇ ਦਾ ਚੀਫ ਕਿਹੜਾ? ਨਹੀਂ ਪਤਾ। PWD ਦਾ ਕੋਈ ਐਕਸ਼ਨ ਦਾ ਪਤਾ ਕਿਹੜਾ? ਬਿਜਲੀ ਬੋਰਡ ਦਾ ਐਸਸੀ ਪਤਾ ਕਿਹੜਾ? ਬਿਜਲੀ ਬੋਰਡ ਦਾ ਐਸਸੀ ਤੁਸੀਂ ਚੁਣਿਆ। ਤਾਂ ਫਿਰ ਦੱਸੋ ਕਿਹੜੀ ਸਰਕਾਰ ਚਾਹੁੰਦੇ ਜੇ ਯਾਰ? ਕਿਹੜੀ ਹੈ ਸਰਕਾਰ? ਕਿਹੜੀ ਤੇ ਰਾਜ ਕੌਣ ਕਰ ਰਿਹਾ? ਬਸ ਆਹ ਗੱਲ ਸੁਣੋ। ਰਾਜ ਜਿਹੜਾ ਤੁਸੀਂ ਵੋਟਾਂ ਪਾ ਕੇ ਨਹੀਂ ਬਦਲ, ਤੁਸੀਂ ਵੋਟਾਂ ਪਾ ਕੇ ਸਰਕਾਰ ਬਦਲਦੇ ਜੇ। ਸਰਕਾਰ ਦਾ ਕੰਮ ਲੋਕਾਂ ਵਿੱਚ ਤੇ ਪੂੰਜੀਪਤੀਆਂ ਦੇ ਵਿੱਚ ਦਲਾਲ ਦਾ ਕੰਮ ਕਰਨਾ ਹੈ ਕਿ ਲੋਕ ਉੱਠ ਕੇ ਪੂੰਜੀਪਤੀਆਂ ਦੇ ਗਲ ਨਾ ਪੈ ਜਾਣ। ਉਹਨਾਂ ਨੇ ਰਸਤੇ ਦੇ ਵਿੱਚ ਤੁਹਾਨੂੰ ਰੋਕਣਾ ਹੈ, ਤੁਹਾਡਾ ਗੁੱਸਾ ਮੱਠਾ ਕਰਨਾ ਹੈ ਤੇ ਤੁਹਾਨੂੰ ਘਰਾਂ ਨੂੰ ਭੇਜਣਾ ਹੈ ਕਿ ਤੁਸੀਂ ਪੂੰਜੀਪਤੀਆਂ ਦੇ ਗਲ ਨਾ ਉੱਠ ਕੇ ਪੈ ਜਾਓ। ਇਹ ਸਰਕਾਰ ਆ, ਸਰਕਾਰ ਦਾ ਕੰਮ ਹੈ। ਰਾਜ ਜਿਹੜਾ ਇੱਥੇ ਆ, ਰਾਜ ਤੁਸੀਂ ਨਹੀਂ ਚੁਣਦੇ, ਰਾਜ ਪੂੰਜੀਪਤੀ ਆਪ ਚੁਣਦੇ ਨੇ ਤੇ ਉਹੀ ਰਾਜ ਹੁੰਦਾ ਕਿ ਉਹੀ ਤੁਹਾਡੇ ਉੱਤੇ ਰਾਜ ਕਰਦੇ ਨੇ। ਉਹ ਸਾਰੇ ਨੇ ਆ
ਐਕਸੀਅਨ ਐਸਸੀ ਡੀਸੀ ਐਸਐਸਪੀ ਆਈਜੀ ਕਮਿਸ਼ਨਰ, ਇਹ ਸਾਰਾ ਸਿਸਟਮ ਹੈ ਜਿਹੜਾ ਇਹ ਰਾਜ ਹੈ, ਤੇ ਰਾਜ ਤੁਸੀਂ ਨਹੀਂ ਚਾਹੁੰਦੇ, ਰਾਜ ਪੂੰਜੀਪਤੀ ਚਾਹੁੰਦੇ ਨੇ, ਬਸ ਇੰਨੀ